ਸਤਿ ਸ਼੍ਰੀ ਅਕਾਲ ਜੀ। ਮੇਰਾ ਵਿਆਹ ਤੈਅ ਹੋ ਗਿਆ ਸੀ। ਬੜੀ ਮੁਸ਼ਕਲ ਨਾਲ ਮਾਂ ਦੇ ਨੱਕ ਥੱਲੇ ਕੋਈ ਰਿਸ਼ਤਾ ਆਇਆ ਸੀ। ਪਹਿਲਾਂ ਤਾਂ ਮੈਨੂੰ ਜੋ ਵੀ ਲੜਕੀ ਪਸੰਦ ਆਉਂਦੀ ਉਸਦੇ ਘਰ ਵਾਲੇ ਦਾਜ ਚੰਗਾ ਨਹੀਂ ਦੇ ਪਾਉਂਦੇ, ਜਿਸ ਦੀ ਵਜ੍ਹਾ ਨਾਲ ਇਨਕਾਰ ਹੋ ਜਾਂਦਾ। ਹੁਣ ਮਾਂ ਨੂੰ ਜੋ ਲੜਕੀ ਚੰਗੀ ਲੱਗੀ ਸੀ ਉਹ ਵੈਸੇ ਠੀਕ ਠਾਕ ਹੀ ਸੀ, ਪਰ ਦਾਜ ਸਾਨੂੰ ਗੱਡੀਆਂ ਭਰ ਭਰ ਕੇ ਦੇ ਰਹੇ ਸੀ। ਲੜਕੀ ਆਮ ਸੂਰਤ ਦੀ ਹੀ ਸੀ, ਪਰ ਉਸ ਲੜਕੀ ਦੇ ਮਾਂ-ਬਾਪ ਮੈਨੂੰ ਗੱਡੀ ਵੀ ਲੈ ਕੇ ਦੇ ਰਹੇ ਸੀ। ਫਿਰ ਇਨਕਾਰ ਕੌਣ ਕਰਦਾ। ਖੈਰ ਮੈਂ ਦੁਲਹਾ ਬਣਿਆ ਬੈਠਾ ਸੀ, ਨਾਲ ਦੁਲਹਨ ਵੀ ਠੀਕ ਹੀ ਲੱਗ ਰਹੀ ਸੀ। ਮੈਂ ਦਿਲ ਵਿੱਚ ਸ਼ੁਕਰ ਕੀਤਾ ਕਿ ਸ਼ੁਕਰ ਹੈ ਦੁਲਹਨ ਦਾ ਕੁਝ ਤਾਂ ਰੂਪ ਨਿਕਲਿਆ, ਨਹੀਂ ਤਾਂ ਮੇਰੇ ਬੌਸ ਦੇ ਸਾਹਮਣੇ ਮੇਰੀ ਕਿੰਨੀ ਬੇਇੱਜ਼ਤੀ ਹੋ ਜਾਂਦੀ। ਮੈਂ ਇੱਕ ਬਹੁਤ ਵੱਡੇ ਆਫਿਸ ਵਿੱਚ ਕੰਮ ਕਰਦਾ ਸੀ, ਜਿਸ ਦਾ ਦੂਰ ਦੂਰ ਤੱਕ ਡੰਕਾ ਵੱਜਦਾ ਸੀ। ਮੈਂ ਵੀ ਚੰਗਾ ਭਲਾ ਕਮਾ ਲੈਂਦਾ ਸੀ। ਉਹ ਆਪਣੇ ਇੰਪਲੋਇਜ਼ ਨੂੰ ਤਨਖਾਹ ਹੀ ਇੰਨੀ ਵਧੀਆ ਦਿੰਦੇ ਸੀ। ਮੈਂ ਆਪਣੇ ਬੌਸ ਅਤੇ ਉਹਨਾਂ ਦੀ ਫੈਮਿਲੀ ਨੂੰ ਵੀ ਇਨਵਾਈਟ ਕੀਤਾ ਸੀ। ਇਸ ਕਰਕੇ ਸਾਰੇ ਮੇਰੇ ਬੌਸ ਅਤੇ ਉਹਨਾਂ ਦੇ 2 ਬੱਚੇ ਆਏ ਸੀ। ਪਤਨੀ ਤਾਂ ਇਸ ਦੁਨੀਆ ਵਿੱਚ ਨਹੀਂ ਸੀ। ਮੈਂ ਬੌਸ ਨੂੰ ਮਿਲਣ ਦੇ ਲਈ ਸਟੇਜ ਤੋਂ ਉਤਰ ਆਇਆ ਸੀ। ਬੌਸ ਅਤੇ ਉਹਨਾਂ ਦੇ ਬੇਟੇ ਨੂੰ ਗਲੇ ਲੱਗ ਕੇ ਮਿਲਿਆ, ਜਦ ਕਿ ਉਹਨਾਂ ਦੀ ਬੇਟੀ ਰਮਨ ਨੇ ਮੇਰਾ ਹੱਥ ਫੜ ਕੇ ਮੈਨੂੰ ਮੁਬਾਰਕਬਾਦ ਦਿੱਤੀ ਸੀ। ਦਿਲ 'ਤੇ ਛਾ ਜਾਣ ਵਾਲੀ ਸ਼ਖਸੀਅਤ ਸੀ ਉਹਨਾਂ ਦੀ ਬੇਟੀ ਰਮਨ। ਮੈਂ ਤਾਂ ਦੇਖਦਾ ਹੀ ਰਹਿ ਗਿਆ ਸੀ। ਉਹ ਵੀ ਮੈਨੂੰ ਦੇਖੀ ਜਾ ਰਹੀ ਸੀ। ਮੈਂ ਉਹਨਾਂ ਨੂੰ ਮਿਲ ਕੇ ਵਾਪਸ ਸਟੇਜ 'ਤੇ ਜਾ ਚੁੱਕਿਆ ਸੀ। ਮੇਰਾ ਸਾਰਾ ਧਿਆਨ ਰਮਨ ਵੱਲ ਹੀ ਸੀ। ਉਹ ਵੀ ਹੱਸ ਕੇ ਮੈਨੂੰ ਹੀ ਦੇਖਦੀ ਰਹੀ। ਇਸ ਸਾਰੀ ਮਹਿਫਲ ਵਿੱਚ ਮੈਨੂੰ ਰਮਨ ਤੋਂ ਸਿਵਾਏ ਕੁਝ ਨਜ਼ਰ ਹੀ ਨਹੀਂ ਆ ਰਿਹਾ ਸੀ। ਅਸੀਂ ਅੱਖਾਂ ਵਿੱਚ ਬਹੁਤ ਸਾਰੇ ਫਾਸਲੇ ਸਮੇਟ ਲਏ ਸੀ। ਸਟੇਜ ਦਾ ਪ੍ਰੋਗਰਾਮ ਖਤਮ ਹੋਇਆ ਅਤੇ ਮੈਂ ਸਟੇਜ ਤੋਂ ਹੇਠਾਂ ਉਤਰ ਆਇਆ ਅਤੇ ਰਮਨ ਮੇਰਾ ਹੱਥ ਫੜ ਕੇ ਮੈਨੂੰ ਇੱਕ ਕੋਨੇ ਵਿੱਚ ਲੈ ਗਈ। ਉਸਨੇ ਬਿਨਾਂ ਕੋਈ ਗੱਲ ਨੂੰ ਗੋਲ ਮੋਲ ਕਰਦੇ ਸਿੱਧਾ ਕਿਹਾ ਕਿ ਹਰਮਨ, ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ, ਅੱਜ ਅਤੇ ਹੁਣੇ। ਪਰ ਮੇਰੀ ਇੱਕ ਸ਼ਰਤ ਹੈ ਕਿ ਤੈਨੂੰ ਹੁਣੇ ਆਪਣੀ ਪਤਨੀ ਨੂੰ ਤਲਾਕ ਦੇਣਾ ਹੋਵੇਗਾ, ਉਸ ਨੂੰ ਛੱਡਣਾ ਹੋਵੇਗਾ। ਫੈਸਲਾ ਸੋਚ ਸਮਝ ਕੇ ਕਰਨਾ। ਉਹ ਇੰਨਾ ਕਹਿ ਕੇ ਮੇਰਾ ਹੱਥ ਛੱਡ ਕੇ ਚਲ ਗਈ। ਮੈਂ ਤਾਂ ਸੋਚਾਂ ਵਿੱਚ ਪੈ ਗਿਆ ਸੀ ਕਿ ਮੈਂ ਹੁਣ ਕੀ ਕਰਾਂ। ਮੈਂ ਕੰਵਲ ਦੇ ਘਰ ਵਾਲਿਆਂ ਨੂੰ ਕਿਹਾ ਕਿ ਮੈਂ ਕੰਵਲ ਨਾਲ ਬਾਕੀ ਰਸਮਾਂ ਤੋਂ ਪਹਿਲਾਂ ਇਕੱਲਿਆਂ ਵਿੱਚ ਕੋਈ ਗੱਲ ਕਰਨੀ ਹੈ, ਤਾਂ ਉਹ ਇੱਕ ਕਮਰੇ ਵਿੱਚ ਮੇਰਾ ਇੰਤਜ਼ਾਰ ਕਰਨ ਲੱਗ ਪਈ। ਮੈਂ ਉਸ ਕਮਰੇ ਦੇ ਵੱਲ ਚੱਲ ਗਿਆ ਜਿੱਥੇ ਸੱਜੀ ਸਵਰੀ ਕੰਵਲ ਬੈਠੀ ਸੀ। ਉਹ ਮੇਰੇ ਕੋਲੋਂ ਸ਼ਰਮਾ ਕੇ ਨਜ਼ਰਾਂ ਝੁਕਾਈ ਬੈਠੀ ਸੀ, ਜਦ ਕਿ ਮੈਂ ਤਾਂ ਇਸ ਉਲਝਣ ਵਿੱਚ ਸੀ ਕਿ ਕਿਸ ਦੇ ਹੱਕ ਵਿੱਚ ਫੈਸਲਾ ਕਰਾਂ। ਮੈਂ ਇੱਕ ਪਾਸੇ ਕੰਵਲ ਦੇ ਘਰ ਵਾਲਿਆਂ ਵੱਲੋਂ ਕੁਝ ਲੱਖ ਦਾ ਦਾਜ ਰੱਖਿਆ ਅਤੇ ਦੂਜੇ ਪਾਸੇ ਰਮਨ ਦੀ ਕਰੋੜਾਂ ਦੀ ਜਾਇਦਾਦ। ਫੈਸਲਾ ਤਾਂ ਸਾਫ਼ ਸੀ, ਰਮਨ ਦਾ ਪੱਲੜਾ ਭਾਰੀ ਨਿਕਲਿਆ। ਹੁਣ ਮੈਂ ਇਹ ਸੋਚ ਰਿਹਾ ਸੀ ਕਿ ਕੰਵਲ ਤੋਂ ਜਾਨ ਕਿਵੇਂ ਛੁਡਾਵਾਂ ਕਿ ਸੱਪ ਵੀ ਮਰ ਜਾਵੇ ਅਤੇ ਲਾਠੀ ਵੀ ਨਾ ਟੁੱਟੇ। ਮੈਂ ਬਹੁਤ ਗੌਰ ਨਾਲ ਕੰਵਲ ਵੱਲ ਵੇਖ ਰਿਹਾ ਸੀ, ਜਦ ਕਿ ਮੇਰੀਆਂ ਨਜ਼ਰਾਂ ਨੂੰ ਆਪਣੇ ਵੱਲ ਦੇਖ ਉਹ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ। ਕਾਫੀ ਦੇਰ ਮੈਂ ਉਸਦੇ ਵੱਲ ਦੇਖਦਾ ਰਿਹਾ, ਉਸਦਾ ਜਾਇਜ਼ਾ ਕਰਦਾ ਰਿਹਾ। ਫਿਰ ਅਚਾਨਕ ਮੇਰੀ ਨਜ਼ਰ ਉਸਦੇ ਬਦਸੂਰਤ ਪੈਰਾਂ ਵੱਲ ਪਈ। ਚਿਹਰੇ ਅਤੇ ਪੈਰਾਂ ਦੀ ਰੰਗਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਹੱਥ ਵੀ ਠੀਕ ਠਾਕ ਜਿਹੇ ਹੀ ਸੀ। ਮੈਂ ਉਸ ਨੂੰ ਗੁੱਸੇ ਨਾਲ ਕਿਹਾ, ਉੱਠ ਜਾਓ, ਮੂੰਹ ਧੋ ਕੇ ਆ। ਇਹ ਜੋ ਆਟਾ ਮੂੰਹ 'ਤੇ ਲਿਪ ਰੱਖਿਆ, ਇਸ ਨੂੰ ਉਤਾਰ ਕੇ ਆ। ਮੇਰੀ ਆਵਾਜ਼ ਨੇ ਉਸਨੇ ਸਿਰ ਚੁੱਕ ਕੇ ਬੜੀ ਬੇਯਕੀਨੀ ਨਾਲ ਮੇਰੇ ਵੱਲ ਵੇਖਿਆ। ਅੱਖਾਂ ਵਿੱਚ ਗਿਲਾ ਸੀ, ਸ਼ਿਕਵਾ ਸੀ, ਪਰ ਮੈਂ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਕਿਹਾ, ਇੱਕ ਵਾਰੀ ਸੁਣਦਾ ਨਹੀਂ ਤੈਨੂੰ? ਜਾ ਜਲਦੀ ਕਰ। ਉਹ ਵਿਚਾਰੀ ਬੜੀ ਮੁਸ਼ਕਲ ਨਾਲ ਉੱਠ ਕੇ ਵਾਸ਼ਰੂਮ ਗਈ ਅਤੇ ਉਸਨੇ ਉੱਥੇ ਕਾਫੀ ਦੇਰ ਲਗਾ ਦਿੱਤੀ। ਜਦੋਂ ਉਹ ਆਈ, ਉਸਦੀਆਂ ਅੱਖਾਂ ਸੁਰਖ ਅੰਗਾਰਾ ਬਣੀਆਂ ਹੋਈਆਂ ਸੀ। ਉਹ ਰੋ ਕੇ ਆਈ ਸੀ। ਮੈਂ ਫਿਰ ਵੀ ਕਿਸੇ ਕਿਸਮ ਦਾ ਲਿਹਾਜ਼ ਨਾ ਕੀਤਾ। ਮੈਂ ਉਸਦੇ ਹੱਥ ਨੂੰ ਫੜ ਕੇ ਖਿੱਚਦਾ ਹੋਇਆ ਬਾਹਰ ਲੈ ਆਇਆ ਸੀ। ਬਾਹਰ ਹੁਣ ਵੀ ਮਹਿਮਾਨ ਮੌਜੂਦ ਸੀ। ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਦੇਖੋ ਲੋਕੋ, ਮੇਰੇ ਨਾਲ ਕਿੰਨਾ ਵੱਡਾ ਧੋਖਾ ਹੋ ਗਿਆ ਹੈ। ਇੰਨੀ ਪਿਆਰੀ ਦੁਲਹਨ ਦਿਖਾ ਕੇ ਮੈਨੂੰ ਇਹ ਸੜਿਆ ਹੋਇਆ ਬੈਂਗਣ ਦੇ ਦਿੱਤਾ ਇਹਨਾਂ ਲੋਕਾਂ ਨੇ। ਮੈਂ ਇਸ ਨੂੰ ਕਦੀ ਵੀ ਅਪਣਾਵਾਂਗਾ ਨਹੀਂ। ਮੇਰੀ ਗੱਲ ਸੁਣ ਕੇ ਮੇਰੀ ਮਾਂ ਘਬਰਾਈ ਹੋਈ ਮੇਰੇ ਕੋਲ ਆਈ ਅਤੇ ਬੋਲੀ, ਇਹ ਕਿ ਡਰਾਮੇ ਲਗਾ ਰੱਖੇ ਨੇ? ਮੈਂ ਮਾਂ ਦੇ ਕੰਨ ਵਿੱਚ ਕਹਿ ਦਿੱਤਾ ਕਿ ਬੌਸ ਦੀ ਕਰੋੜਾਂ ਦੀ ਜਾਇਦਾਦ ਅਤੇ ਉਸਦੀ ਬੇਟੀ। ਮਾਂ ਹੱਸ ਪਈ ਅਤੇ ਬੋਲੀ, ਅੱਛਾ ਫਿਰ ਕਰਦੇ ਰਹੋ ਡਰਾਮਾ। ਮੈਂ ਬਿਨਾਂ ਵਕਤ ਗਵਾਏ ਕੰਵਲ ਨੂੰ ਛੱਡ ਦਿੱਤਾ, ਉਸਨੂੰ ਤਲਾਕ ਦੇ ਦਿੱਤਾ। ਤਲਾਕ ਦਾ ਸੁਣ ਕੇ ਉਹ ਬੇਹੋਸ਼ ਹੋ ਗਈ। ਆਲੇ ਦੁਆਲੇ ਖੜੇ ਲੋਕਾਂ ਨੇ ਉਸਦੇ ਮੂੰਹ 'ਤੇ ਪਾਣੀ ਛਿੜਕਿਆ। ਉਦੋਂ ਹੀ ਰਮਨ ਅੱਗੇ ਵਧੀ ਅਤੇ ਬੋਲੀ, ਮੈਂ ਤੇਰੇ ਨਾਲ ਵਿਆਹ ਕਰਾਂਗੀ ਹਰਮਨ। ਸਾਰੇ ਲੋਕਾਂ ਨੂੰ ਸੱਪ ਸੁੰਘ ਗਿਆ ਸੀ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ। ਬੌਸ ਅੱਗੇ ਵਧੇ ਅਤੇ ਬੋਲੇ, ਰਮਨ ਘਰ ਚੱਲ, ਇੱਦਾਂ ਹਰਗਿਜ਼ ਨਹੀਂ ਹੋ ਸਕਦਾ। ਪਰ ਉਸਨੇ ਬਹੁਤ ਬਦਤਮੀਜ਼ੀ ਨਾਲ ਆਪਣੇ ਬਾਪ ਦਾ ਹੱਥ ਛੱਡ ਦਿੱਤਾ ਅਤੇ ਬੋਲੀ, ਮੇਰੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰ।
ਮੈਂ ਉਸ ਸ਼ਾਮ ਬੌਸ ਦੀਆਂ ਅੱਖਾਂ ਵਿੱਚ ਉਤਰੀ ਬੇਬਸੀ ਨੂੰ ਬਹੁਤ ਹੀ ਗੌਰ ਨਾਲ ਦੇਖਿਆ। ਉਹਨਾਂ ਦੀਆਂ ਅੱਖਾਂ ਵਿੱਚ ਵੀ ਨਮ ਹੋ ਗਈਆਂ ਸੀ, ਪਰ ਉਹ ਚਾਹ ਕੇ ਵੀ ਕੁਝ ਨਹੀਂ ਕਰ ਸਕੇ। ਰਮਨ ਦਾ ਭਰਾ ਹਰਜੋਤ ਬਾਪ ਨੂੰ ਦਿਲਾਸਾ ਦੇ ਰਿਹਾ ਸੀ। ਮੇਰੇ ਬੌਸ ਨੇ ਪਤਾ ਨਹੀਂ ਬੇਟੇ ਦੇ ਕੰਨ ਵਿੱਚ ਕੀ ਫੜ ਕੇ ਫੂਕ ਮਾਰੀ ਕਿ ਉਹ ਅੱਗੇ ਵਧਿਆ ਤੇ ਬੋਲਿਆ, ਜੇਕਰ ਕਵਲ ਅਤੇ ਉਸਦੀ ਮਾਂ ਬਾਪ ਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਕਵਲ ਨੂੰ ਉਹ ਇੱਜ਼ਤ ਦੇਣਾ ਚਾਹੁੰਦਾ ਹਾਂ ਜੋ ਹਰਮਨ ਨਹੀਂ ਦੇ ਪਾਇਆ। ਮੇਰਾ ਦਿਲ ਕਰਦਾ ਪਿਆ ਸੀ ਕਿ ਮੈਂ ਹਰਜੋਤ ਦੇ ਇੱਕ ਜ਼ੋਰਦਾਰ ਮੁੱਕਾ ਮਾਰਾਂ। ਇਸ ਦੀ ਹਿੰਮਤ ਕਿੱਦਾਂ ਹੋਈ ਮੇਰੀ ਛੱਡੀ ਹੋਈ ਲੜਕੀ ਨੂੰ ਉਸ ਘਰ ਵਿੱਚ ਵਿਆਹ ਕੇ ਲੈ ਜਾਣ ਦੀ ਜਿੱਥੇ ਮੈਂ ਜਾਣ ਵਾਲਾ ਸੀ। ਕਵਲ ਦੇ ਮਾਂ-ਬਾਪ ਨੇ ਇਹ ਸੁਨਹਿਰੀ ਮੌਕਾ ਨਾ ਛੱਡਿਆ ਤੇ ਉਹਨਾਂ ਨੇ ਝੱਟ ਹੀ ਹਾਂ ਕਰ ਦਿੱਤੀ। ਇੱਦਾਂ ਹੀ ਸਾਡੇ ਦੋਨਾਂ ਦੇ ਵਿਆਹ ਹੋ ਗਏ। ਰਮਨ ਮੇਰੀ ਹੋ ਗਈ ਅਤੇ ਕਾਲੀ ਕਲੂਟੀ ਕਵਲ ਹਰਜੋਤ ਦੀ ਹੋ ਗਈ। ਸਾਰਾ ਕੁਝ ਇੰਨਾ ਜਲਦੀ ਨਾਲ ਹੋਇਆ ਕਿ ਹਰ ਕੋਈ ਹੈਰਾਨ ਸੀ। ਕਿਸੇ ਨੂੰ ਕੁਝ ਸੋਚਣ ਸਮਝਣ ਦਾ ਸਮਾਂ ਹੀ ਨਾ ਮਿਲਿਆ। ਇੱਦਾਂ ਮੈਂ ਆਪਣੇ ਬੌਸ ਦਾ ਜਵਾਈ ਬਣ ਗਿਆ, ਘਰ ਜਵਾਈ। ਕੁਝ ਰਸਮਾਂ ਹੋਈਆਂ। ਇੱਦਾਂ ਮੈਂ ਆਪਣੇ ਕਮਰੇ ਵਿੱਚ ਆ ਗਿਆ ਤੇ ਕਵਲ ਹਰਜੋਤ ਦੇ ਕਮਰੇ ਵਿੱਚ ਚਲ ਗਈ। ਮੈਨੂੰ ਨਹੀਂ ਪਤਾ ਕਿ ਹਰਜੋਤ ਨੇ ਉਸ ਰਾਤ ਕਵਲ ਨੂੰ ਕਬੂਲ ਵੀ ਕੀਤਾ ਸੀ ਜਾਂ ਨਹੀਂ। ਬਸ ਮੈਨੂੰ ਇੰਨਾ ਹੀ ਪਤਾ ਸੀ ਕਿ ਇੱਕ ਹੀ ਮੁਲਾਕਾਤ ਵਿੱਚ ਰਮਨ ਮੇਰੀ ਦੀਵਾਨੀ ਹੋ ਗਈ ਸੀ। ਉਹ ਮੇਰੇ ਤੋਂ ਵਾਰੀ ਸਦਕੇ ਜਾ ਰਹੀ ਸੀ, ਮੇਰੇ ਨਾਜ਼ ਨਖਰੇ ਚੁੱਕ ਰਹੀ ਸੀ। ਅਗਲੀ ਸਵੇਰ ਮੈਂ ਅਤੇ ਰਮਨ ਬੜੇ ਖੁਸ਼ਹਾਲ ਡਾਈਨਿੰਗ ਟੇਬਲ 'ਤੇ ਪਹੁੰਚੇ ਸੀ। ਅਸੀਂ ਦੋਨੋਂ ਖੁਸ਼ੀ ਨਾਲ ਚਾਹ ਚਲਾ ਰਹੇ ਸੀ, ਜਦ ਕਿ ਹਰਜੋਤ ਅਤੇ ਕਵਲ ਬੁਝੇ ਜਿਹੇ ਖਾਮੋਸ਼ ਜਿਹੇ ਸੀ। ਮੈਨੂੰ ਬਹੁਤ ਹਾਸਾ ਆ ਰਿਹਾ ਸੀ। ਆਈ ਵੱਡੀ ਮੇਰਾ ਮੁਕਾਬਲਾ ਕਰਨ ਵਾਲੀ। ਪਹਿਲਾਂ ਨਸੀਬ ਤਾਂ ਮੇਰੇ ਵਰਗੇ ਲੈ ਆਉਂਦੀ। ਉਹ ਮੈਨੂੰ ਮੇਜਰ ਅੰਕਲ ਯਾਨੀ ਕਿ ਰਮਨ ਦੇ ਪਾਪਾ ਅਤੇ ਮੇਰੇ ਬੌਸ ਤੋਂ ਉਮੀਦ ਸੀ ਕਿ ਉਹ ਮੈਨੂੰ ਨਹੀਂ ਬੁਲਾਉਣਗੇ, ਪਰ ਉਹ ਮੇਰੇ ਨਾਲ ਬੜੇ ਨੋਰਮਲ ਅੰਦਾਜ਼ ਵਿੱਚ ਗੱਲ ਕਰ ਰਹੇ ਸੀ, ਜਿੱਦਾਂ ਕੱਲ੍ਹ ਕੁਝ ਹੋਇਆ ਹੀ ਨਹੀਂ ਸੀ। ਉਹਨਾਂ ਦੀ ਹਾਲਤ ਦੇਖ ਕੇ ਮੈਂ ਸਮਝ ਗਿਆ ਸੀ ਕਿ ਉਹ ਆਪਣੀ ਬੇਟੀ ਦੇ ਹੱਥ ਦੀ ਪੁਤਲੀ ਨੇ। ਪਰ ਮਜ਼ੇ ਦੀ ਗੱਲ ਇਹ ਸੀ ਕਿ ਉਹਨਾਂ ਦੀ ਬੇਟੀ ਮੇਰੀ ਦੀਵਾਨੀ ਸੀ। ਉਹ ਦਿਨ ਹੁਣ ਦੂਰ ਨਹੀਂ ਸੀ ਜਦੋਂ ਮੇਰੇ ਵੀ ਸ਼ੇਅਰ ਇਸ ਬਹੁਤ ਵੱਡੇ ਬਿਜ਼ਨਸ ਵਿੱਚ ਹੋਣ ਵਾਲੇ ਸੀ। ਵਿਆਹ ਦੇ 2 ਹਫ਼ਤੇ ਬਾਅਦ ਮੈਂ ਆਫਿਸ ਜੁਆਇਨ ਕਰ ਲਿਆ, ਜਦ ਕਿ ਹਰਜੋਤ ਤਾਂ ਵਿਆਹ ਦੇ ਦੂਜੇ ਦਿਨ ਤੋਂ ਹੀ ਜਾ ਰਿਹਾ ਸੀ। ਕਵਲ ਹਰ ਪਲ ਉਦਾਸ ਰਹਿੰਦੀ, ਪਤਾ ਨਹੀਂ ਕਿਉਂ, ਪਰ ਉਸ ਦੀ ਉਦਾਸੀ ਮੈਨੂੰ ਬਹੁਤ ਸਕੂਨ ਦਿੰਦੀ ਸੀ। ਮੈਂ ਮਹਿਸੂਸ ਕੀਤਾ ਕਿ ਰਮਨ ਮੈਨੂੰ ਕਵਲ ਦੇ ਸਾਹਮਣੇ ਜ਼ਿਆਦਾ ਇੱਜ਼ਤ ਦਿੰਦੀ ਸੀ। ਮੇਰੇ ਵਾਸਤੇ ਇਹ ਵੀ ਫ਼ਖਰ ਦੀ ਗੱਲ ਸੀ। ਮੈਂ ਨਵੇਂ ਕੱਪੜੇ ਖਰੀਦ ਰਿਹਾ ਸੀ ਅਤੇ ਘੁੰਮਣ ਫਿਰਨ ਦੇ ਲਈ ਕਦੀ ਕਿਤੇ ਜਾ ਰਿਹਾ ਸੀ ਅਤੇ ਕਦੀ ਕਿਤੇ। ਮੇਰੀ ਸ਼ਕਲ ਸੂਰਤ ਤਾਂ ਪਹਿਲਾਂ ਹੀ ਬਹੁਤ ਵਧੀਆ ਸੀ, ਪਰ ਹੁਣ ਤਾਂ ਦੌਲਤ ਦੀ ਰੇਲ ਪੇਲ ਨੇ ਮੈਨੂੰ ਹੋਰ ਵੀ ਜ਼ਿਆਦਾ ਨਿਖਾਰ ਦਿੱਤਾ ਸੀ। ਲੋਕ ਹੁਣ ਮੈਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਸੀ। ਆਖਿਰ ਮੈਂ ਮੇਜਰ ਅੰਕਲ ਦਾ ਜਵਾਈ ਜੋ ਸੀ। ਉਸ ਦਿਨ ਤੋਂ ਪਹਿਲਾਂ ਦਿਨ ਬਹੁਤ ਖੂਬਸੂਰਤੀ ਨਾਲ ਗੁਜ਼ਰਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਮਨਹੂਸ ਦਿਨ ਮੇਰੀ ਜ਼ਿੰਦਗੀ ਹੀ ਬਦਲ ਦੇਵੇਗਾ। ਹੋਇਆ ਕੁਝ ਇੱਦਾਂ ਕਿ ਇੱਕ ਦਿਨ ਮੈਂ ਕਵਲ ਨੂੰ ਬਹੁਤ ਉਦਾਸ ਦੇਖਿਆ, ਜਿੱਦਾਂ ਉਹ ਅਕਸਰ ਹੁੰਦੀ ਸੀ। ਪਰ ਜਿੱਦਾਂ ਹੀ ਹਰਜੋਤ ਘਰ ਦਾਖਲ ਹੋਇਆ, ਉਹ ਖਿਲਖਿਲਾ ਉੱਠੀ। ਹਰਜੋਤ ਵੀ ਉਸ ਨੂੰ ਬਹੁਤ ਗਰਮਜੋਸ਼ੀ ਨਾਲ ਮਿਲਿਆ ਸੀ। ਫਿਰ ਉਹ ਦੋਨੋਂ ਆਪਣੇ ਕਮਰੇ ਵੱਲ ਚਲੇ ਗਏ। ਮੈਂ ਸੋਚਦਾ ਹੀ ਰਹਿ ਗਿਆ ਕਿ ਇਹਨਾਂ ਦੀ ਆਪਸ ਵਿੱਚ ਬਣ ਕਿੱਦਾਂ ਗਈ। ਕਵਲ ਕਿੱਦਾਂ ਖੁਸ਼ ਨਜ਼ਰ ਆ ਰਹਿ ਸਕਦੀ ਹੈ। ਖੁਸ਼ ਰਹਿਣ ਦਾ ਤਾਂ ਸਿਰਫ ਮੈਨੂੰ ਹੱਕ ਹੈ। ਉਸ ਦਿਨ ਮੈਨੂੰ ਨਾ ਜਾਣੇ ਕਿਉਂ ਕਵਲ ਕੋਲੋਂ ਜਲਨ ਜਿਹੀ ਮਹਿਸੂਸ ਹੋਈ। ਰਾਤ ਪਈ ਤੇ ਜਦੋਂ ਉਹ ਕਮਰੇ ਵਿੱਚੋਂ ਨਿਕਲੀ ਤਾਂ ਸਿੱਧਾ ਰਸੋਈ ਵਿੱਚ ਚਲ ਗਈ। ਮੈਂ ਵੀ ਸਾਰਿਆਂ ਤੋਂ ਨਜ਼ਰ ਬਚਾ ਕੇ ਰਸੋਈ ਵਿੱਚ ਚਲ ਗਿਆ ਸੀ। ਉਹ ਚਾਹ ਬਣਾ ਰਹੀ ਸੀ। ਮੈਂ ਉਸ ਨੂੰ ਸਵਾਲ ਕੀਤਾ, ਕਵਲ ਕੀ ਮਿਲਿਆ ਤੈਨੂੰ ਹਰਜੋਤ ਦੇ ਨਾਲ ਵਿਆਹ ਕਰਕੇ? ਤੂੰ ਤਾਂ ਆਪਣੇ ਵਰਗੇ ਕਿਸੇ ਮਿਡਲ ਕਲਾਸ ਨਾਲ ਹੀ ਜੱਚਦੀ ਸੀ। ਫਿਰ ਦੇਖੋ ਨਾ, ਉਹ ਤੈਨੂੰ ਵਕਤ ਵੀ ਨਹੀਂ ਦਿੰਦਾ ਅਤੇ ਨਾ ਹੀ ਤੇਰਾ ਖਿਆਲ ਰੱਖਦਾ ਆ। ਤੈਨੂੰ ਪਤਾ ਆਫਿਸ ਵਿੱਚ ਉਸਦਾ ਕਿੰਨੀਆਂ ਲੜਕੀਆਂ ਦੇ ਨਾਲ ਚੱਕਰ ਚੱਲ ਰਿਹਾ ਆ। ਉਹ ਮੇਰੀਆਂ ਗੱਲਾਂ ਨੂੰ ਅਣਸੁਣਾ ਕਰਕੇ ਚਾਹ ਬਣਾਉਂਦੀ ਰਹੀ, ਜਾਨੀ ਮੈਂ ਤਾਂ ਕੁਝ ਹੈ ਹੀ ਨਹੀਂ। ਉਸਨੇ ਤਾਂ ਮੈਨੂੰ ਜਵਾਬ ਤੱਕ ਦੇਣਾ ਵੀ ਜ਼ਰੂਰੀ ਨਾ ਸਮਝਿਆ। ਇੰਨੇ ਵਿੱਚ ਰਮਨ ਪਾਣੀ ਲੈਣ ਰਸੋਈ ਵਿੱਚ ਆ ਗਈ। ਉਸਨੇ ਇੱਦਾਂ ਸਾਨੂੰ ਇਕੱਲਿਆਂ ਨੂੰ ਦੇਖ ਕੇ ਪਤਾ ਨਹੀਂ ਕੀ ਸੋਚਿਆ ਸੀ। ਉਹ ਮੈਨੂੰ ਰੂਮ ਵਿੱਚ ਲੈ ਗਈ ਅਤੇ ਮੇਰੇ ਉੱਪਰ ਖੂਬ ਚੀਕੀ ਚਲਾਈ। ਜੋ ਖੱਡਾ ਮੈਂ ਹਰਜੋਤ ਦੇ ਲਈ ਪੁੱਟ ਰਿਹਾ ਸੀ, ਉਸ ਦੀ ਵਿੱਚ ਮੈਂ ਖੁਦ ਹੀ ਡਿੱਗ ਗਿਆ ਸੀ। ਰਮਨ ਮੇਰੇ ਉੱਪਰ ਸ਼ੱਕ ਕਰਨ ਲੱਗ ਪਈ। ਉਹ ਇਹ ਸਮਝਦੀ ਸੀ ਕਿ ਮੈਂ ਕਵਲ ਦੇ ਪਿੱਛੇ ਹਾਂ। ਰਮਨ ਮੇਰੇ ਨਾਲ ਬਹੁਤ ਬੁਰਾ ਸਲੂਕ ਕਰ ਰਹੀ ਸੀ। ਮੈਂ ਉਸ ਦੀਆਂ ਮਿੰਨਤਾਂ ਕਰਦਾ ਰਿਹਾ। 2 ਹਫ਼ਤਿਆਂ ਦੇ ਬਾਅਦ ਕਿਤੇ ਜਾ ਕੇ ਉਸਦਾ ਮੂਡ ਠੀਕ ਹੋਇਆ ਸੀ। ਫਿਰ ਅਸੀਂ ਦੋਨੋਂ ਦੁਬਈ ਚਲ ਗਏ। ਉੱਥੋਂ ਅਸੀਂ 2 ਹਫ਼ਤਿਆਂ ਬਾਅਦ ਵਾਪਸ ਆਏ ਤਾਂ ਘਰ ਦਾ ਨਕਸ਼ਾ ਹੀ ਬਦਲ ਚੁੱਕਿਆ ਸੀ। ਹਰਜੋਤ ਅਤੇ ਮੇਜਰ ਅੰਕਲ ਕਵਲ ਦੇ ਬਾਰੇ ਸਦਕੇ ਜਾ ਰਹੇ ਸੀ। ਹਰ ਇੱਕ ਚੀਜ਼ ਉਸਦੇ ਹੁਕਮ ਨਾਲ ਹੀ ਹੋ ਰਹੀ ਸੀ। ਮੈਂ ਇਹ ਸਭ ਬੜੀ ਮੁਸ਼ਕਿਲ ਨਾਲ ਬਰਦਾਸ਼ਤ ਕਰ ਰਿਹਾ ਸੀ, ਪਰ ਕੀ ਕਰਦਾ, ਮੈਂ ਕੁਝ ਵੀ ਤਾਂ ਨਹੀਂ ਕਰ ਪਾ ਰਿਹਾ ਸੀ, ਕਿਉਂਕਿ ਰਮਨ ਨੇ ਮੈਨੂੰ ਸਿਰ ਤੋਂ ਲਾ ਕੇ ਜੁੱਤੀ ਦੀ ਨੋਕ 'ਤੇ ਰੱਖਣਾ ਸ਼ੁਰੂ ਕਰ ਦਿੱਤਾ ਸੀ।
ਉਹ ਗੱਲ-ਗੱਲ 'ਤੇ ਮੈਨੂੰ ਬੇਇੱਜ਼ਤ ਕਰਦੀ ਸੀ। ਮੈਂ ਬਸ ਜ਼ਹਿਰ ਦਾ ਘੁੱਟ ਭਰ ਕੇ ਰਹਿ ਜਾਂਦਾ। ਗੁੱਸਾ ਤਾਂ ਮੈਨੂੰ ਵੀ ਆਉਂਦਾ, ਪਰ ਮੈਂ ਕਾਬੂ ਕਰ ਜਾਂਦਾ। ਹੁਣੇ ਤੋਂ ਜੇਕਰ ਮੈਂ ਰਮਨ ਨੂੰ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੰਦਾ ਤਾਂ ਮੇਰਾ ਅਮੀਰ ਬਣਨ ਦਾ ਸੁਪਨਾ ਹੀ ਰਹਿ ਜਾਂਦਾ। ਹਜੇ ਤੱਕ ਰਮਨ ਨੇ ਮੇਰੇ ਨਾਮ ਫੁੱਟੀ ਕੌੜੀ ਵੀ ਨਹੀਂ ਕੀਤੀ ਸੀ। ਜਦੋਂ ਵੀ ਮੈਂ ਉਸ ਨੂੰ ਕਿਸੇ ਚੀਜ਼ ਦਾ ਕਹਿੰਦਾ ਤਾਂ ਉਹ ਮੈਨੂੰ 2 ਗੱਲਾਂ ਸੁਣਾ ਕੇ ਬਿਠਾ ਦਿੰਦੀ। ਮੈਂ ਕੰਵਲ ਦੀ ਇੱਕ ਗੱਲ ਨੋਟ ਕੀਤੀ ਸੀ ਕਿ ਉਹ ਹਰਜੋਤ ਨੂੰ ਬਹੁਤ ਇੱਜ਼ਤ ਅਤੇ ਮਾਣ ਦਿੰਦੀ ਸੀ। ਉਸ ਦੀ ਕੋਈ ਵੀ ਗੱਲ ਟਾਲਦੀ ਨਹੀਂ ਸੀ। ਕਦੀ-ਕਦੀ ਮੇਰੇ ਦਿਲ ਵਿੱਚ ਅਜੀਬ ਜਿਹੀ ਚੁਭਣ ਹੋਣ ਲੱਗਦੀ ਸੀ। ਰਮਨ ਨੇ ਹੁਣ ਇਹ ਤਰੀਕਾ ਅਪਣਾ ਲਿਆ ਸੀ ਕਿ ਉਹ ਜਿੱਦਾਂ ਹੀ ਕੰਵਲ ਨੂੰ ਦੇਖਦੀ ਮੈਨੂੰ ਵੱਢ ਖਾਣ ਨੂੰ ਪੈਂਦੀ, ਗੱਲ-ਗੱਲ 'ਤੇ ਝਿੜਕਦੀ। ਮੈਨੂੰ ਬਹੁਤ ਬੁਰਾ ਲੱਗਦਾ ਸੀ। ਇੱਕ ਰਾਤ ਦਾ ਰਮਨ ਨੇ ਮੈਨੂੰ ਕਮਰੇ ਵਿੱਚੋਂ ਹੀ ਕੱਢ ਦਿੱਤਾ ਸੀ ਅਤੇ ਫਿਰ ਇਹ ਸਿਲਸਿਲਾ ਚੱਲਦਾ ਰਿਹਾ। ਜਿੱਦਾਂ ਹੀ ਰਮਨ ਦਾ ਮੂਡ ਖਰਾਬ ਹੁੰਦਾ ਉਹ ਮੈਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੰਦੀ। ਮੈਂ ਉਸ ਦੀ ਬਦਲਦੇ ਰਵੱਈਏ ਦੀ ਵਜ੍ਹਾ ਪੁੱਛੀ ਤਾਂ ਉਸਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਤੇਰੇ ਨਾਲੋਂ ਮੇਰਾ ਦਿਲ ਭਰ ਗਿਆ ਹੈ। ਮੈਨੂੰ ਉਸ ਦੀ ਗੱਲ ਬਹੁਤ ਅਜੀਬ ਲੱਗੀ ਸੀ। ਇਨਸਾਨਾਂ ਕੋਲੋਂ ਵੀ ਭਲਾ ਦਿਲ ਭਰਦੇ ਨੇ। ਮੈਂ ਤਾਂ ਹੈ ਵੀ ਉਸ ਦਾ ਪਤੀ ਸੀ। ਇੱਕ ਦਿਨ ਮੇਰੀ ਅਤੇ ਰਮਨ ਦੀ ਬਹੁਤ ਲੜਾਈ ਹੋਈ। ਉਹ ਗੁੱਸੇ ਵਿੱਚ ਘਰੋਂ ਬਾਹਰ ਚਲ ਗਈ ਸੀ। ਮੈਂ ਵੀ ਗੁੱਸੇ ਵਿੱਚ ਕਮਰੇ ਦੀ ਹਰ ਚੀਜ਼ ਤੋੜ ਦਿੱਤੀ। ਫਿਰ ਮੂਡ ਨੂੰ ਠੀਕ ਕਰਨ ਲਈ ਮੈਂ ਵੀ ਘਰੋਂ ਬਾਹਰ ਚਲ ਗਿਆ ਅਤੇ ਇੱਕ ਵਧੀਆ ਜਿਹੇ ਪੀਜ਼ੇ ਹੱਟ ਵਿੱਚ ਚਲਾ ਗਿਆ। ਮੈਂ ਬੈਠਾ ਆਪਣੇ ਆਰਡਰ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਅਚਾਨਕ ਮੇਰੀ ਨਜ਼ਰ ਕਿਸੇ 'ਤੇ ਪਈ। ਮੇਰਾ ਉੱਪਰ ਦਾ ਸਾਹ ਉੱਪਰ ਅਤੇ ਹੇਠਾਂ ਦਾ ਸਾਹ ਹੇਠਾਂ ਹੀ ਰਹਿ ਗਿਆ। ਉਹ ਕੋਈ ਹੋਰ ਨਹੀਂ ਰਮਨ ਸੀ। ਪਰ ਉਸ ਦੇ ਨਾਲ ਕੌਣ ਸੀ? ਮੈਂ ਉਸ ਨੂੰ ਪਹਿਚਾਣ ਨਹੀਂ ਪਾਇਆ ਸੀ। ਰਮਨ ਕਿਸੇ ਲੜਕੇ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ। ਉਹ ਵਾਰ-ਵਾਰ ਉਸ ਦੇ ਮੋਢੇ 'ਤੇ ਆਪਣਾ ਸਿਰ ਰੱਖ ਦਿੰਦੀ ਸੀ। ਮੇਰੇ ਕੋਲੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਸੀ। ਮੈਂ ਉੱਠ ਕੇ ਰਮਨ ਦੇ ਵੱਲ ਵਧਿਆ। ਮੈਂ ਬਹੁਤ ਗੁੱਸੇ ਵਿੱਚ ਸੀ ਅਤੇ ਮੈਂ ਆਪਣੇ ਪੂਰੇ ਜ਼ੋਰ ਨਾਲ ਚੀਕਿਆ ਸੀ, ਇਹ ਕੀ ਬੇਸ਼ਰਮੀ ਆ ਰਮਨ! ਉਸਨੇ ਚੌਂਕ ਕੇ ਮੇਰੇ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਮੇਰੇ ਵਾਸਤੇ ਨਫ਼ਰਤ ਹੀ ਨਫ਼ਰਤ ਸੀ। ਉਹ ਬੋਲੀ, ਜ਼ਰਾ ਆਰਾਮ ਨਾਲ। ਇੰਨਾ ਕਹਿ ਕੇ ਉਹ ਫਿਰ ਤੋਂ ਉਸ ਲੜਕੇ ਵੱਲ ਧਿਆਨ ਦੇਣ ਲੱਗ ਪਈ। ਮੈਂ ਫਿਰ ਤੋਂ ਉਸ ਨੂੰ ਕਿਹਾ, ਆਖਿਰ ਕਿਉਂ ਉਹ ਮੇਰੇ ਕੋਲੋਂ ਇਸ ਚੀਜ਼ ਦੀ ਉਮੀਦ ਨਹੀਂ ਕਰ ਰਹੀ ਸੀ। ਉਸਨੇ ਮੇਰੇ ਮੂੰਹ 'ਤੇ ਥੱਪੜ ਮਾਰ ਦਿੱਤਾ ਅਤੇ ਨਾਲ ਹੀ ਸਿਕਿਉਰਿਟੀ ਵਾਲੇ ਨੂੰ ਬੁਲਾ ਕੇ ਮੈਨੂੰ ਉੱਥੋਂ ਕਢਵਾ ਦਿੱਤਾ। ਇੰਨਾ ਹੀ ਕਾਫੀ ਨਹੀਂ ਸੀ, ਉਹ ਘਰ ਆ ਕੇ ਵੀ ਮੇਰੇ ਉੱਪਰ ਬਹੁਤ ਚੀਕੀ ਚਲਾਈ ਸੀ। ਅੰਕਲ ਅਤੇ ਹਰਜੋਤ ਹੈਰਾਨੀ ਨਾਲ ਦੇਖ ਰਹੇ ਸੀ, ਪਰ ਮੈਂ ਉਹਨਾਂ ਨੂੰ ਕੁਝ ਵੀ ਨਾ ਦੱਸਿਆ। ਇਸ ਕਰਕੇ ਨਹੀਂ ਕਿ ਇੱਦਾਂ ਦੀ ਗੱਲ ਸੁਣ ਕੇ ਰਮਨ ਉਹਨਾਂ ਦੇ ਦਿਲ ਵਿੱਚ ਉਤਰ ਜਾਵੇਗੀ, ਬਲਕਿ ਇਸ ਕਰਕੇ ਕਿ ਉਹਨਾਂ ਦੀ ਨਜ਼ਰ ਵਿੱਚ ਮੇਰੀ ਇੱਜ਼ਤ ਬਣੀ ਰਹੇ। ਮੈਂ ਬਹੁਤ ਪਰੇਸ਼ਾਨ ਸੀ। ਖੇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰੇ ਹੱਥੋਂ ਨਿਕਲ ਗਿਆ ਸੀ। ਮੈਂ ਰਮਨ ਕੋਲੋਂ ਹਜੇ ਕੁਝ ਵਿਟੋਰ ਨਹੀਂ ਪਾਇਆ ਸੀ ਕਿ ਇੱਕ ਨਵਾਂ ਖਿਡਾਰੀ ਮੈਦਾਨ ਵਿੱਚ ਆ ਗਿਆ ਸੀ, ਪਰ ਮੈਂ ਹਿੰਮਤ ਨਹੀਂ ਆ ਰਹੀ ਸੀ। ਰੋ ਧੋ ਕੇ ਮਿੰਨਤਾਂ ਤਰਲੇ ਕਰਕੇ ਮੈਂ ਰਮਨ ਨੂੰ ਆਪਣੀ ਮੁਹੱਬਤ ਦਾ ਯਕੀਨ ਦਿਵਾਇਆ ਸੀ। ਉਸਨੇ ਮੈਨੂੰ ਮਾफ़ ਵੀ ਕਰ ਦਿੱਤਾ। ਫਿਰ ਹਾਲਾਤ ਬਿਹਤਰ ਹੋਣ ਲੱਗ ਪਏ। ਮੇਰੇ ਸਿਰ ਤੋਂ ਭਾਰੀ ਬੋਝ ਹਟਿਆ। ਮੇਰੇ ਹਾਲਾਤ ਬਿਹਤਰ ਹੋਏ ਤਾਂ ਮੈਂ ਇੱਧਰ ਉੱਧਰ ਦੇ ਹਾਲਾਤਾਂ ਦਾ ਵੀ ਜਾਇਜ਼ਾ ਲਿਆ ਸੀ। ਕੰਵਲ ਨੇ ਪੂਰੇ ਆਬਤਾਬ ਨਾਲ ਘਰ ਦੀ ਮਾਲਕੀਅਤ ਸੰਭਾਲੀ ਹੋਈ ਸੀ। ਉਹ ਮਾਲਿਕਾ ਬਣੀ ਉਹ ਬੈਠੀ ਸੀ ਅਤੇ ਇੱਧਰ ਮੇਰੀ ਹਾਲਤ ਨੌਕਰਾਂ ਤੋਂ ਵੀ ਬਦਤਰ ਸੀ। ਮੈਂ ਦਿਲ ਵਿੱਚ ਸੋਚ ਲਿਆ ਸੀ ਕਿ ਜਿੱਦਾਂ ਹੀ ਰਮਨ ਮੇਰੇ ਪੂਰੇ ਕੰਟਰੋਲ ਵਿੱਚ ਆ ਗਈ, ਸਭ ਤੋਂ ਪਹਿਲਾਂ ਮੈਂ ਕੰਵਲ ਦਾ ਹੀ ਪੱਤਾ ਸਾਫ਼ ਕਰਾਂਗਾ। ਉਹਨਾਂ ਦਿਨਾਂ ਵਿੱਚ ਹੀ ਰਮਨ ਨੇ ਮੈਨੂੰ ਵਰਲਡ ਟੂਰ 'ਤੇ ਜਾਣ ਦੀ ਗੱਲ ਸੁਣਾਈ। ਮੈਂ ਤਾਂ ਖੁਸ਼ੀ ਨਾਲ ਫੁੱਲਿਆ ਨਹੀਂ ਸਮਾ ਰਿਹਾ ਸੀ। ਵਰਲਡ ਟੂਰ ਦਾ ਸੁਪਨਾ ਤਾਂ ਮੈਂ ਬਚਪਨ ਤੋਂ ਹੀ ਦੇਖਦਾ ਆ ਰਿਹਾ ਸੀ। ਮੈਂ ਅਤੇ ਰਮਨ ਨੇ ਮਿਲ ਕੇ ਸ਼ਾਪਿੰਗ ਕੀਤੀ ਅਤੇ ਇੱਦਾਂ ਅਸੀਂ ਇੱਕ ਦਿਨ ਘਰੋਂ ਨਿਕਲ ਗਏ ਸੀ। ਸਭ ਤੋਂ ਪਹਿਲਾਂ ਅਸੀਂ ਦੁਬਈ ਪਹੁੰਚੇ ਸੀ। ਮੈਂ ਬਹੁਤ ਖੁਸ਼ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ, ਪਰ ਰਮਨ ਨੇ ਕਾਇਆ ਇੱਕ ਵਾਰ ਫਿਰ ਤੋਂ ਪਲਟ ਦਿੱਤੀ ਸੀ। ਉਸਨੇ ਹੋਟਲ ਵਿੱਚ ਮੇਰੇ ਵਾਸਤੇ ਅਤੇ ਆਪਣੇ ਲਈ ਅਲੱਗ-ਅਲੱਗ ਕਮਰੇ ਬੁੱਕ ਕਰਵਾਏ ਸੀ। ਮੇਰੇ ਪੁੱਛਣ 'ਤੇ ਉਸਨੇ ਕ੍ਰੈਡਿਟ ਕਾਰਡ ਮੇਰੇ ਹੱਥ ਵਿੱਚ ਰੱਖ ਦਿੱਤਾ ਅਤੇ ਬੋਲੀ, ਮੈਂ ਦੁਬਈ ਵਿੱਚ ਕੁਝ ਜਾਣਨ ਆਈ ਹਾਂ। ਇਹ ਜਾਣਨ ਆਈ ਹਾਂ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਤੂੰ ਚਾਹੀਦਾ ਵੀ ਹੈ ਜਾਂ ਨਹੀਂ। ਕ੍ਰੈਡਿਟ ਕਾਰਡ ਤਾਂ ਸਿਰਫ ਇੱਕ ਰਿਸ਼ਵਤ ਸੀ। ਮੂੰਹ, ਅੱਖ, ਕੰਨ ਸਭ ਬੰਦ ਕਰਨ ਦੀ। ਰਮਨ ਦੁਬਈ ਵਿੱਚ ਉਸ ਲਫੰਗੇ ਨਾਲ ਘੁੰਮਦੀ ਰਹੀ ਜੋ ਮੈਂ ਉਸ ਦੇ ਨਾਲ ਉਸ ਪੀਜ਼ੇ ਹੱਟ ਵਿੱਚ ਵੇਖਿਆ ਸੀ। ਮੈਂ ਇਹ ਕੌੜਾ ਘੁੱਟ ਵੀ ਭਰ ਲਿਆ ਸੀ। 3-4 ਦਿਨ ਤਾਂ ਉਹ ਸਾਡੇ ਨਾਲ ਰਿਹਾ, ਪਰ ਫਿਰ ਰਮਨ ਨੇ ਉਸ ਨੂੰ ਵੀ ਦੁੜਕਾਰ ਦਿੱਤਾ। ਫਿਰ ਨਵੇਂ ਸਫ਼ਰ ਅਤੇ ਨਵੇਂ ਲੜਕੇ। ਤਕਰੀਬਨ 7 ਮਹੀਨੇ ਸਭ ਕੁਝ ਬਰਦਾਸ਼ਤ ਕਰਕੇ ਜਦੋਂ ਮੈਂ ਘਰ ਵਾਪਸ ਪਹੁੰਚਿਆ ਤਾਂ ਅੰਕਲ ਮੇਰੀ ਸ਼ਕਲ ਦੇਖ ਕੇ ਹੈਰਾਨ ਰਹਿ ਗਏ ਸੀ। ਉਹਨਾਂ ਨੂੰ ਮੇਰੇ ਉੱਪਰ ਤਰਸ ਆਇਆ ਸੀ। ਉਸ ਰਾਤ ਮੈਂ ਰਮਨ ਨਾਲ ਗੱਲ ਕਰਨ ਦਾ ਫੈਸਲਾ ਕਰ ਲਿਆ। ਮੈਂ ਸਾਫ਼-ਸਾਫ਼ ਪੁੱਛ ਲਿਆ ਕਿ ਰਮਨ, ਮੈਂ ਤੇਰੀ ਜ਼ਿੰਦਗੀ ਵਿੱਚ ਕੀ ਹੈਸੀਅਤ ਰੱਖਦਾ ਹਾਂ।
उसका जवाब काफ़ी कड़वा सी। वो बोली, हरमन तू कदी मेरे वर्गियां विगड़ियां होईयां अमीर जादियां दे बारे नहीं सुनिया। असीं अमीर जादियां एक गरीब जिहा लड़का चुन के उस दे नाल विआह कर लैंदियां हाँ। ਉਹ ਹੁੰਦਾ ਹੈ ਲਾਲਚੀ, ਉਸ ਨੂੰ ਜ਼ਿੰਦਗੀ 'ਚੋਂ ਜੋ ਚਾਹੀਦਾ ਹੁੰਦਾ ਹੈ, ਇੱਜ਼ਤ ਦੌਲਤ ਐਸ਼ੋ ਆਰਾਮ, ਅਸੀਂ ਉਸ ਨੂੰ ਉਹ ਦੇ ਦਿੰਦੀਆਂ ਹਾਂ। ਵਿਆਹੇ ਹੋਣ ਦਾ ਟੈਗ ਲੱਗਣ ਤੋਂ ਬਾਅਦ ਸਾਨੂੰ ਮਨਮਾਨੀ ਕਰਨ ਦੀ ਆਜ਼ਾਦੀ ਮਿਲ ਜਾਂਦੀ ਆ ਅਤੇ ਜੋ ਸਾਡੇ ਪਤੀ ਹੁੰਦੇ ਹਨ ਉਹ ਬਸ ਨਾਮ ਦੇ ਹੀ ਪਤੀ ਰਹਿ ਜਾਂਦੇ ਹਨ। ਮੇਰੀ ਜ਼ਿੰਦਗੀ ਵਿੱਚ ਵੀ ਤੇਰਾ ਬਸ ਇਹੀ ਮੁਕਾਮ ਆ। ਸਾਡਾ ਵਿਆਹ ਸਿਰਫ ਮੇਰੀ ਅਜਾਇਸ਼ੀ ਦਾ ਪਰਵਾਨਾ ਹੈ। ਤੈਨੂੰ ਕੀ ਲੱਗਦਾ ਜੇ ਮੈਂ ਵਿਆਹੀ ਨਾ ਹੁੰਦੀ ਤਾਂ ਪਾਪਾ ਮੈਨੂੰ ਇੱਦਾਂ ਵਰਲਡ ਟੂਰ 'ਤੇ ਜਾਣ ਦਿੰਦੇ? ਨਹੀਂ ਨਾ, ਮੈਂ ਉੱਥੇ ਕਿੰਨੇ ਦੋਸਤ ਬਣਾਏ ਪਰ ਤੂੰ ਉਫ ਤੱਕ ਨਹੀਂ ਕੀਤੀ। ਇਹ ਡਿਊਟੀ ਹੁਣ ਤੈਨੂੰ ਉਮਰ ਭਰ ਨਿਭਾਉਣੀ ਹੈ। ਮੈਂ ਰਮਨ ਦੀਆਂ ਗੱਲਾਂ ਸੁਣ ਕੇ ਚੁੱਪ ਕਰਕੇ ਬਾਹਰ ਆ ਗਿਆ ਸੀ। ਰਮਨ ਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸੀ। ਮੈਂ ਲਾਉਣ ਵਿੱਚ ਬੈਠ ਕੇ ਖਾਮੋਸ਼ੀ ਨਾਲ ਅੱਥਰੂ ਵਹਾ ਰਿਹਾ ਸੀ। ਮੈਨੂੰ ਜਦੋਂ ਅੰਕਲ ਦੀ ਆਵਾਜ਼ ਸੁਣਾਈ ਦਿੱਤੀ, ਬਰਖੁਰਦਾਰ, ਇੱਥੇ ਲਾਉਣ ਵਿੱਚ ਇਕੱਲੇ ਬੈਠੇ ਕੀ ਕਰ ਰਹੇ ਹੋ? ਫਿਰ ਤੋਂ ਰਮਨ ਦੇ ਨਾਲ ਲੜਾਈ ਹੋਈ ਆ? ਉਹਨਾਂ ਦੀ ਗੱਲ ਸੁਣ ਕੇ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਫਿਰ ਇੱਦਾਂ ਹੀ ਰੋਂਦੇ ਕਰਲਾਉਂਦੇ ਨੇ ਅੰਕਲ ਨੂੰ ਰਮਨ ਦੇ ਬਾਰੇ ਸਭ ਕੁਝ ਦੱਸ ਦਿੱਤਾ ਸੀ। ਉਹ ਦਾਸੀ ਨਾਲ ਸਿਰ ਹਿਲਾਉਂਦੇ ਰਹੇ ਸੀ। ਫਿਰ ਬੋਲੇ ਕਿ ਕੀ ਮੇਰਾ ਝੁਕਿਆ ਸਿਰ ਸ਼ਰਮ ਨਾਲ ਹੋਰ ਝੁਕ ਗਿਆ ਸੀ। ਉਹ ਬੋਲੇ, ਤੂੰ ਹੀਰੇ ਦੀ ਤਲਾਸ਼ ਵਿੱਚ ਹੀਰਾ ਹੀ ਗਵਾ ਦਿੱਤਾ। ਤੂੰ ਤਾਂ ਕੋਇਲੇ ਨੂੰ ਹੀਰਾ ਸਮਝ ਬੈਠਾ ਸੀ, ਪਰ ਇੱਦਾਂ ਨਹੀਂ ਆ। ਉਹ ਵਾਕਿਆ ਹੀ ਸੱਚ ਕਹਿ ਰਹੇ ਸੀ। ਫਿਰ ਬੜੀ ਦੇਰ ਖਾਮੋਸ਼ ਰਹਿ ਕੇ ਬੋਲੇ, ਰਮਨ ਉਦੋਂ 5 ਸਾਲ ਦੀ ਸੀ ਜਦੋਂ ਉਸ ਦੀ ਮਾਂ ਇਸ ਦੁਨੀਆ ਵਿੱਚੋਂ ਚਲੀ ਗਈ ਸੀ। ਰਮਨ ਹਰ ਸਮੇਂ ਰੋਂਦੀ ਰਹਿੰਦੀ ਸੀ। ਮੈਂ ਅਤੇ ਹਰਜੋਤ ਨੇ ਉਸ ਨੂੰ ਇੰਨਾ ਪਿਆਰ ਦਿੱਤਾ ਕਿ ਕੋਈ ਹੱਦ ਨਹੀਂ। ਉਸ ਦੀ ਹਰ ਜਾਇਜ਼ ਨਜਾਇਜ਼ ਗੱਲ ਮੰਨੀ। ਫਿਰ ਕਿਤੇ ਜਾ ਕੇ ਮਾਂ ਦਾ ਦੁੱਖ ਦਿਲ ਵਿੱਚੋਂ ਕੱਢ ਪਾਈ ਸੀ, ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। ਉਸੇ ਲਾਡ ਪਿਆਰ ਵਿੱਚ ਉਹ ਸਾਡੇ ਹੱਥੋਂ ਨਿਕਲ ਗਈ ਸੀ। ਉਸ ਨੇ ਮੇਰੀ ਹਰ ਗੱਲ ਨੂੰ ਰੱਦ ਕਰਕੇ ਆਪਣੀ ਹੀ ਗੱਲ ਮੰਨੀ ਅਤੇ ਤੇਰੇ ਨਾਲ ਵਿਆਹ ਵੀ ਤਾਂ ਉਸਨੇ ਮੇਰੇ ਨਾਲ ਟੱਕਰ ਲੈ ਕੇ ਹੀ ਕੀਤਾ। ਪਰ ਮੈਂ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ। ਦੇਖੋ, ਜੇਕਰ ਤੂੰ ਉਸ ਦਾ ਸਾਥ ਕਬੂਲ ਹੀ ਕਰ ਲਿਆ ਹੈ ਤਾਂ ਇਹ ਸਭ ਬਰਦਾਸ਼ਤ ਕਰਨ ਦੇ ਲਈ ਵੀ ਤਿਆਰ ਹੋ ਜਾ ਬੇਟਾ, ਕਿਉਂਕਿ ਰਮਨ ਸੁਧਰਨ ਵਾਲਿਆਂ ਵਿੱਚੋਂ ਨਹੀਂ ਆ। ਮੈਨੂੰ ਪਤਾ ਸੀ ਕਿ ਅਮੀਰ ਲੜਕੀਆਂ ਕਾਫੀ ਵਿਗੜੀਆਂ ਹੋਈਆਂ ਹੁੰਦੀਆਂ ਹਨ, ਤਾਂ ਹੀ ਤਾਂ ਮੈਂ ਆਪਣੇ ਬੇਟੇ ਦਾ ਵਿਆਹ ਕਵਲ ਨਾਲ ਕਰ ਦਿੱਤਾ। ਹੁਣ ਦੇਖ ਉਹ ਕਿੰਨਾ ਖੁਸ਼ ਆ। ਉਹਨਾਂ ਦੀ ਗੱਲ ਸੁਣ ਕੇ ਮੈਂ ਲੌਬੀ ਵੱਲ ਦੇਖਿਆ। ਉੱਥੇ ਕਵਲ ਮਲਕਾ ਬਣੀ ਬੈਠੀ ਸੀ। ਸਾਰਾ ਕੁਝ ਉਸ ਦੇ ਹੱਥ ਵਿੱਚ ਸੀ। ਉਸਨੇ ਆਪਣੀ ਚੰਗਿਆਈ ਨਾਲ ਸਾਰਿਆਂ ਨੂੰ ਆਪਣਾ ਬਣਾ ਲਿਆ ਸੀ ਅਤੇ ਮੈਂ ਨਾ ਘਰ ਦਾ ਰਿਹਾ ਨਾ ਘਾਟ ਦਾ। ਮੇਰੇ ਵਿਆਹ ਨੂੰ ਸਾਲ ਹੋ ਗਿਆ ਸੀ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ। ਰਮਨ ਦਾ ਸਲੂਕ ਹਜੇ ਵੀ ਉੱਦਾਂ ਦਾ ਹੀ ਸੀ। ਉਹ ਨਵੇਂ ਦੋਸਤ ਬਣਾਉਂਦੀ, ਉਹਨਾਂ ਦੇ ਨਾਲ ਘੁੰਮਦੀ ਫਿਰਦੀ, ਫਿਰ ਉਹਨਾਂ ਨੂੰ ਵੀ ਛੱਡ ਦਿੰਦੀ। ਕਦੀ ਮੇਰੇ ਨਾਲ ਹੱਸ ਕੇ ਗੱਲ ਕਰ ਲੈਂਦੀ ਅਤੇ ਕਦੀ ਮੇਰੀ ਦੁਸ਼ਮਣ ਬਣ ਜਾਂਦੀ। ਮੈਂ ਇੱਕ ਫੈਸਲਾ ਕਰ ਲਿਆ ਸੀ ਕਿ ਮੈਨੂੰ ਲੱਗਿਆ ਸੀ ਕਿ ਉਹ ਮੇਰੇ ਇਸ ਫੈਸਲੇ ਤੋਂ ਖੁਸ਼ ਹੋਵੇਗੀ, ਪਰ ਉਹ ਤਾਂ ਪਰੇਸ਼ਾਨ ਹੋ ਗਈ ਸੀ। ਉਸਨੇ ਮੈਨੂੰ ਫੈਸਲਾ ਬਦਲਣ ਨੂੰ ਕਿਹਾ, ਪਰ ਮੈਂ ਆਪਣੇ ਫੈਸਲੇ 'ਤੇ ਅਟਲ ਰਿਹਾ। ਮੈਂ ਉਸ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਮੈਂ ਤੈਨੂੰ ਤਲਾਕ ਦੇ ਕੇ ਇੱਥੋਂ ਚੱਲ ਜਾਵਾਂਗਾ। ਰਮਨ ਬੋਲੀ, ਤੈਨੂੰ ਕੀ ਪਰੇਸ਼ਾਨੀ ਹੈ? ਇਸ ਘਰ ਵਿੱਚ ਦੌਲਤ, ਨੌਕਰ ਚਾਕਰ ਸਭ ਕੁਝ ਤਾਂ ਹੈ। ਜਿੱਥੋਂ ਤੱਕ ਮੇਰੀ ਜਾਣੀ ਕਿ ਤੇਰੀ ਪਤਨੀ ਦੀ ਗੱਲ ਹੈ ਕਿ ਮੈਂ ਤੈਨੂੰ ਵਕਤ ਨਹੀਂ ਦਿੰਦੀ ਜਾਂ ਤੇਰੀ ਇੱਜ਼ਤ ਨਹੀਂ ਕਰਦੀ, ਤਾਂ ਜ਼ਰਾ ਸੋਚ, ਤੂੰ ਔਰਤ ਨਾਲ ਵਿਆਹ ਕੀਤਾ ਹੀ ਕਦੋਂ ਹੈ? ਤੂੰ ਤਾਂ ਪੈਸੇ ਨਾਲ ਵਿਆਹ ਕੀਤਾ। ਤੈਨੂੰ ਮਿਲ ਵੀ ਰਿਹਾ ਹੈ। ਜੇ ਤੈਨੂੰ ਔਰਤ ਚਾਹੀਦੀ ਹੁੰਦੀ ਤਾਂ ਤੂੰ ਕਵਲ ਨੂੰ ਕਦੀ ਵੀ ਤਲਾਕ ਨਾ ਦਿੰਦਾ ਅਤੇ ਮੇਰੇ ਭਰਾ ਦੀ ਤਰ੍ਹਾਂ ਖੁਸ਼ ਰਹਿੰਦਾ। ਕਿੰਨਾ ਸੱਚ ਬੋਲਿਆ ਸੀ ਉਸਨੇ। ਮੈਨੂੰ ਸੱਚ ਸੁਣ ਕੇ ਖੁਦ ਨਾਲੋਂ ਨਫ਼ਰਤ ਹੋ ਗਈ ਸੀ। ਮੈਂ ਰਮਨ ਦੀਆਂ ਮਿੰਨਤਾਂ ਤੋਂ ਬਾਅਦ ਵੀ ਉਸ ਨੂੰ ਤਲਾਕ ਦੇ ਦਿੱਤਾ। ਉਹ ਮੈਨੂੰ ਹਮੇਸ਼ਾ ਆਪਣੀ ਆਜ਼ਾਦ ਦਾ ਪਰਵਾਨਾ ਬਣਾ ਕੇ ਰੱਖਣਾ ਚਾਹੁੰਦੀ ਸੀ। ਉਸਨੇ ਮੈਨੂੰ ਆਪਣੀ ਜਾਇਦਾਦ ਵਿੱਚੋਂ ਫੁੱਟੀ ਕੌੜੀ ਵੀ ਨਾ ਦਿੱਤੀ। ਮੈਂ ਆਪਣੀਆਂ ਛੋਟੀਆਂ ਜ਼ਰੂਰਤਾਂ ਦੇ ਲਈ ਰਮਨ ਦੇ ਅੱਗੇ ਹੱਥ ਅੱਡਣੇ ਪੈਂਦੇ ਸੀ। ਕਵਲ ਨੇ ਇੱਕ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ ਸੀ। ਮੈਂ ਉਸ ਨੂੰ ਬੇਟੇ ਦੀ ਮੁਬਾਰਕ ਦੇ ਕੇ ਹੱਥ ਜੋੜ ਕੇ ਉਸ ਤੋਂ ਮਾफ़ੀ ਮੰਗਣ ਲੱਗ ਪਿਆ। ਉਸਨੇ ਮੈਨੂੰ ਮਾफ़ ਤਾਂ ਕਰ ਦਿੱਤਾ ਸੀ, ਪਰ ਸਿਰਫ ਇੱਕ ਸ਼ਰਤ 'ਤੇ ਕਿ ਮੈਂ ਕਿਸੇ ਦਾ ਗਮ ਗੁਸਾਰ ਬਣਾਂਗਾ। ਮੈਂ ਉਹ ਨੌਕਰੀ ਛੱਡ ਕੇ ਕਿਤੇ ਹੋਰ ਛੋਟੀ ਮੋਟੀ ਨੌਕਰੀ ਲੱਭ ਹੀ ਲਈ ਸੀ। ਮੇਰੀ ਮਾਂ ਨੂੰ ਵੀ ਹੁਣ ਸਬਕ ਮਿਲ ਹੀ ਗਿਆ ਸੀ। ਉਹ ਕਹਿੰਦੀ ਸੀ ਕਿ ਉਹ ਸੁੱਕੀ ਗਿੱਲੀ ਖਾ ਲਵੇਗੀ, ਬਸ ਮੇਰਾ ਬੱਚਾ ਮੇਰੀਆਂ ਨਜ਼ਰਾਂ ਦੇ ਸਾਹਮਣੇ ਰਹੇ।
ਮੈਂ ਮਾਂ ਨੂੰ ਆਪਣੇ ਲਈ ਕਿਸੇ ਤਲਾਕਸ਼ੁਦਾ ਦਾ ਰਿਸ਼ਤਾ ਲੱਭਣ ਦਾ ਕਿਹਾ। ਮਾਂ ਨੂੰ ਇਤਰਾਜ਼ ਸੀ, ਪਰ ਮੇਰੇ ਮਜਬੂਰ ਕਰਨ 'ਤੇ ਉਹ ਮੰਨ ਹੀ ਗਈ ਸੀ। ਇੱਦਾਂ ਜੋਤੀ 2 ਬੱਚਿਆਂ ਸਮੇਤ ਸਾਡੇ ਘਰ ਦੁਲਹਨ ਬਣ ਕੇ ਆ ਗਈ ਸੀ। ਜੋਤੀ ਬਿਲਕੁਲ ਕਵਲ ਦੀ ਤਰ੍ਹਾਂ ਸੰਸਕਾਰੀ। ਮੈਂ ਜੋਤੀ ਦੇ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਦੇ ਸਿਰ 'ਤੇ ਹੱਥ ਰੱਖ ਦਿੱਤਾ ਸੀ। ਮੇਰੀ ਜ਼ਿੰਦਗੀ ਵਿੱਚੋਂ ਹੁਣ ਸਾਰੀਆਂ ਤਕਲੀਫਾਂ, ਦੁੱਖ ਖਤਮ ਹੋ ਚੁੱਕੇ ਸੀ। ਬਸ ਸਕੂਨ ਹੀ ਸਕੂਨ ਸੀ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।